Guru 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੀ ਹੋਈ ਜੋ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਇਹ ਸਾਡੇ ਮਨ ਨੂੰ ਸੁਤੇ ਹੋਏ ਨੂੰ ਜਗਾਉਣ ਵਾਸਤੇ ਇਹ ਆਪਾਂ ਗੁਰੂ ਦੀ ਮੱਤ ਦੁਆਰਾ ਇਹ ਸਿਮਰਨ ਕਰਦੇ ਹਾਂ। ਜੋ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਮਨ ਨੂੰ, ਇਸੋਂ ਗਾਫਲ ਹੋ ਕੇ ਕਿਉਂ ਸੁੱਤਾ ਪਿਆ, ਤੂੰ ਜਾਗ। ਹੋਰ ਤਾਂ ਇਸੋਂ ਤੇਰੇ ਨਾਲ ਸੰਸਾਰ ਦੇ ਵਿੱਚ ਜਾਣਾ ਕੀ ਹੈ, ਇਹ ਜਿਹੜਾ ਸਰੀਰ ਹੈ ਇਹ ਸਰੀਰ ਨੇ ਵੀ ਇੱਥੇ ਹੀ ਰਹਿ ਜਾਣਾ, ਇਹਨੇ ਵੀ ਤੇਰਾ ਸਾਥ ਨਹੀਂ ਦੇਣਾ। ਮਾਰੇ ਫਰਮਾਉਂਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਬਈ ਇਹ ਜਿਹੜਾ ਤਨ ਇਹਨੇ ਵੀ ਸਾਡਾ ਅੱਗੇ ਸੰਗੀ ਸਾਥੀ ਨਹੀਂ ਬਣਨਾ, ਇਹ ਵੀ ਇੱਥੇ ਹੀ ਰਹਿ ਜਾਣਾ। ਜਦੋਂ ਸਰੀਰ ਵੀ ਇੱਥੇ ਰਹਿ ਜਾਣਾ ਤੇ ਹੋਰ ਤਾਂ ਨਾਲ ਜਾਣਾ ਕੀ। ਸਭ ਤੋਂ ਨੇੜੇ ਤਾਂ ਇਹ ਸਰੀਰ ਹੀ ਹੈ ਨਾ, ਆਪਾਂ ਕਹਿੰਦੇ ਹਾਂ ਸਾਡਾ ਮੇਰਾ, ਤੇ ਇਹ ਵੀ ਇੱਥੇ ਹੀ ਰਹਿ ਜਾਣਾ। ਤੇ ਹੋਰ ਬਾਕੀ ਇਹਦੇ ਨਾਲ ਹੀ ਸਾਰੇ ਰਿਸ਼ਤੇ ਨਾਤੇ ਸੰਸਾਰ ਦੇ ਸਭ ਇਹਦੇ ਨਾਲ ਹੀ ਖਤਮ ਹੋ ਜਾਣਗੇ। ਸੋ ਇਸ ਵਾਸਤੇ ਫਿਰ ਇਹ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਇਹ ਆਪਾਂ ਸਿਮਰਨ ਕਰਦੇ ਤਾਂ ਕਿ ਸਾਡਾ ਮਨ ਜਾਗ ਪਵੇ, ਜੋ ਇਹ ਗਾਫਲ ਹੋ ਕੇ ਸੁੱਤਾ। ਹੁਣ ਕਈ ਜੀਵ ਕਹਿਣਗੇ ਜਿਹੜੇ ਅਗਿਆਨੀ ਸੰਗਤ ਨਹੀਂ ਕਰਦੇ, ਜਿਨ੍ਹਾਂ ਨੂੰ ਸੋਝੀ ਨਹੀਂ, ਉਹ ਕਹਿਣਗੇ ਉੱਚੀ ਵਾਹਿਗੁਰੂ ਵਾਹਿਗੁਰੂ ਕਰਦੇ, ਰੱਬ ਕਿਹੜਾ ਬੋਲਾ ਹੈ ਬਈ ਇਹ ਉੱਚੀ ਬੋਲ ਬੋਲ ਕੇ ਕਿਹਨੂੰ ਸੁਣਾਉਂਦੇ ਨੇ। ਹੁਣ ਪਰਮਾਤਮਾ ਬੋਲਾ ਨਹੀਂ ਹੈ, ਸਾਡਾ ਮਨ ਹੈ ਜਿਹੜਾ ਇਹ ਬੋਲਾ ਹੋ ਚੁੱਕਿਆ। ਅਸੀਂ ਮਨ ਨੂੰ ਸੁਣਾਉਂਦੇ ਹਾਂ, ਨਾ ਕਿ ਪਰਮਾਤਮਾ। ਮਨ ਨੂੰ ਸੁਣਾਉਣਾ ਵੀ ਜਿਹੜਾ ਇਹ ਗੂੜੀ ਨੀਂਦੇ ਸੁੱਤਾ ਪਿਆ ਵਿਚਾਰਾਂ 'ਚ ਵੀ ਸੁੱਤਾ ਹੋਇਆ ਇਹ ਜਾਗੇ, ਇਹ ਮਨ ਨੂੰ ਜਗਾਉਣ ਵਾਸਤੇ ਉੱਚੀ ਬੋਲਦੇ। ਜਿਵੇਂ ਹੁਣ ਕੋਈ ਜੀਵ ਗੂੜੀ ਨੀਂਦ ਸੁੱਤਾ ਹੋਵੇ, ਨਸ਼ੇ ਦੀ ਹਾਲਤ ਵਿੱਚ ਹੋਵੇ,
ਉਹਨੂੰ ਜੇ ਜਗਾਉਣਾ ਹੋਵੇ ਆਪਾਂ ਕੀ ਕਰਾਂਗੇ? ਆਪਾਂ ਇਹ ਥੋੜੀ ਵੀ ਮੂੰਹ ਦੇ ਅੰਦਰ ਹੀ ਆਵਾਜ਼ਾਂ ਮਾਰੀ ਜਾਵਾਂਗੇ ਤੇ ਉਹਦੇ ਤੱਕ ਪਹੁੰਚਣੀ ਮੈਨੂੰ। ਆਪਾਂ ਨੂੰ ਉੱਚੀ ਬੋਲਣਾ ਪਏਗਾ, ਉੱਚੀ ਆਵਾਜ਼ ਦੇਣੀ ਪਏਗੀ ਤੇ ਫਿਰ ਉਹਦੇ ਕੰਨਾਂ 'ਚ ਪਏਗੀ, ਫਿਰ ਉਹ ਕਿਤੇ ਜਾਗੇ। ਇਸੇ ਤਰ੍ਹਾਂ ਹੀ ਸਾਡਾ ਮਨ ਇਹ ਗਾਫਲ ਹੋ ਜਾਂਦਾ ਜਦੋਂ ਇਹ ਮਾਇਆ ਦੇ ਵਿੱਚ ਵਿਚਾਰਾਂ 'ਚ ਸੌਂ ਜਾਂਦਾ, ਭਰਮ ਦੇ ਵਿੱਚ। ਇਹਦੇ ਮਨ ਨੂੰ ਜਗਾਉਣ ਵਾਸਤੇ ਫਿਰ ਇਹ ਉੱਚੀ ਆਵਾਜ਼ ਦਿੰਦੇ ਹਾਂ ਆਪਾਂ ਵੀ ਤਾਂ ਕਿ ਇਹ ਸੁਣੇ ਤੇ ਇਹ ਸੁਣ ਕੇ ਜਾਗੇ, ਤੇ ਜਦੋਂ ਇਹ ਜਾਗੇਗਾ ਫਿਰ ਇਹਨੂੰ ਗੁਰਬਾਣੀ ਗੁਰੂ ਦੀ ਸਮਝ ਲੱਗੇ। ਜਦ ਤੱਕ ਮਨ ਜਾਗਦਾ ਨਹੀਂ, ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ, ਇਹਨੂੰ ਸਮਝ ਨਹੀਂ ਆਉਂਦੀ। ਕਿਉਂਕਿ ਜਿਹਨੂੰ ਸਮਝਾਉਣਾ, ਜਿਹਨੂੰ ਗੁਰਬਾਣੀ ਸੁਣਾਉਣੀ, ਉਹ ਤਾਂ ਸੁੱਤਾ ਪਿਆ, ਤੇ ਸੁੱਤੇ ਨੂੰ ਕੀ ਸਮਝ ਲੱਗੇ। ਇਸ ਲਈ ਫਿਰ ਪਹਿਲਾਂ ਆਪਾਂ ਸੰਗਤ ਦੇ ਵਿੱਚ ਆ ਕੇ ਇਹ ਸਿਮਰਨ ਕਰਦੇ ਆ ਵੀ ਤਾਂ ਕਿ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਵੇ, ਜਾਗਤ ਅਵਸਥਾ 'ਚ ਆਵੇ, ਤੇ ਫਿਰ ਜੋ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਸਾਨੂੰ ਇਹਦੀ ਸਮਝ ਆਵੇ। ਆਓ ਹੁਣ ਜੋ ਆਪਾਂ ਪਿਛਲੇ ਕੁਝ ਸਮੇਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਦੇ ਰਹੇ, ਜੋ ਸਾਨੂੰ ਸਮਝਾ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇਹ ਵਿਚਾਰ ਕਰ ਰਹੇ ਹਾਂ। ਕੱਲ੍ਹ ਆਪਾਂ 9 ਅਸ਼ਟਪਦੀਆਂ ਤੱਕ ਵਿਚਾਰ ਕੀਤੀ ਸੀ। ਇਸ ਤੋਂ ਅੱਗੇ ਸ਼ਲੋਕ ਅਤੇ 10ਵੀਂ ਅਸ਼ਟਪਦੀ ਦੇ ਉੱਤੇ ਆਪਾਂ ਵਿਚਾਰ ਕਰਨੀ ਹੈ। ਮਾਰੇ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਸ਼ਲੋਕ, ਔਸਤ ਕਰਹਿ ਅਨੇਕ ਜਨ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ। ਪਰਮਾਤਮਾ ਦੀ ਔਸਤ, ਉਹਦੀ ਵਡਿਆਈ ਅਨੇਕਾਂ ਹੀ ਜਨ ਕਰਦੇ, ਪਰ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦਾ ਅੰਤ ਨਹੀਂ ਲੱਭਦਾ ਹੈ। ਇਸ ਲਈ ਜੇ ਇਹ ਪਰਮਾਤਮਾ ਨੇ ਰਚਨਾ ਰਚੀ ਹੈ, ਇਹ ਖੇਲ ਬਣਾਇਆ ਹੈ, ਇਹਦੇ ਵਿੱਚ ਅਨੇਕਾਂ ਪ੍ਰਕਾਰ ਦੇ ਮਾਲਕ ਨੇ ਜੀਵ ਪੈਦਾ ਕੀਤੇ। ਜਿਵੇਂ 84 ਲੱਖ ਜੂਨ ਦੇ ਰੂਪ ਵਿੱਚ ਜੀ ਪੈਦਾ ਕੀਤੇ, ਮਹਾਰਾਜ ਕਹਿੰਦੇ 184 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਵੀ ਸਭ ਤੋਂ ਉੱਤਮ ਮਾਨਸ ਜਨਮ ਹੈ। ਤੇ ਇਹ ਖੇਲ ਹੈ ਜਿਹੜਾ ਇੰਨਾ ਵੱਡਾ ਮਾਲਕ ਦਾ, ਬਈ ਇਹ ਇਕੱਲਾ ਇਹ ਇੱਕ ਹੀ ਇਹ ਬ੍ਰਹਿਮੰਡ ਨਹੀਂ ਹੈ, ਹੋਰ ਕਰੋੜਾਂ ਬ੍ਰਹਿਮੰਡ ਜਿੱਥੇ ਇਸੇ ਤਰ੍ਹਾਂ ਹੀ ਖੇਲ ਚੱਲਦਾ ਸਾਰਾ, ਜਿਹਦਾ ਅੰਤ ਨਹੀਂ ਕਰ ਪਾਇਆ ਜਾ ਸਕਦਾ ਵੀ ਕਿੰਨਾ ਕੁ ਵੱਡਾ ਮਾਲਕ ਦਾ ਖੇਲ। ਜਿਵੇਂ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਵੀ ਲੱਖਾਂ ਹੀ ਆਕਾਸ਼, ਲੱਖਾਂ ਹੀ ਪਤਾਲ, ਬਈ ਇਹ ਧਰਤੀਆਂ, ਖੰਡ ਬ੍ਰਹਿਮੰਡ ਇੰਨੇ ਨੇ, ਬਈ ਜਿੱਥੇ ਸੰਸਾਰ ਦਾ ਲੇਖਾ ਹੀ ਖਤਮ ਹੋ ਜਾਂਦਾ, ਪਰ ਇਹ ਨਹੀਂ ਖਤਮ ਹੁੰਦੇ। ਅਸੰਖ ਮਹਾਂਸੰਖ, ਜਿੱਥੇ ਗਿਣਤੀ ਖਤਮ ਹੋ ਜਾਂਦੀ। ਮਾਰੇ ਕਹਿੰਦੇ ਲੱਖ ਅਗਾਸਾਂ ਅਗਾਸ, ਪਤਾਲਾਂ ਪਤਾਲ, ਓੜਕ ਓੜਕ, ਭਾਲ ਸਕੇ ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾ, ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਬਨਾਸ। ਬਈ ਜੇ ਲਿਖਿਆ ਜਾਂਦਾ ਹੋਵੇ ਤੇ ਲਿਖ ਕੇ ਦੱਸੀਏ, ਪਰ ਉਹ ਗਿਣਤੀ ਤੋਂ ਬਾਹਰ, ਲੇਖੇ ਤੋਂ ਹੀ ਬਾਹਰ, ਜਿੱਥੇ ਗਿਣਤੀ ਖਤਮ ਹੋ ਜਾਂਦੀ ਸੰਸਾਰ ਦੀ, ਪਰ ਇਹ ਨਹੀਂ ਖਤਮ ਹੁੰਦੇ। ਏਡਾ ਵੱਡਾ ਮਾਲਕ ਦਾ ਖੇਲ ਹੈ। ਮਾਲਕ ਨੇ ਇਹ ਰਚਨਾ ਜਿਹੜੀ ਰਚੀ ਹੈ। ਫਿਰ ਅੱਗੇ ਆਪਾਂ ਨੂੰ ਸਤਿਗੁਰੂ ਫਰਮਾਉਂਦੇ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਚਾਰ ਬਿਹਾਰੀ,
ਹੁਣ ਜਿਸ ਤਰ੍ਹਾਂ ਮਾਲਕ ਨੇ ਇਹ ਖੇਲ ਰਚੀ ਤੇ ਕਈ ਕਰੋੜਾਂ ਜੀ ਜਿਹੜੇ ਪੁਜਾਰੀ ਮਾਲਕ ਦੀ ਪੂਜਾ ਕਰਦੇ, ਪਰਮਾਤਮਾ ਨੂੰ ਮੰਨਦੇ, ਕਈ ਕੋਟ ਐਸੇ ਜੀਵ ਵੀ ਜਿਹੜੇ ਆਚਾਰ ਵਿਹਾਰੀ, ਵੀ ਜਿਹੜੇ ਸਿਰਫ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਜਿਵੇਂ ਧਾਰਮਿਕ ਕੰਮ ਕਰਦੇ ਜਾਂ ਹੋਰ ਸਤਿਗੁਣੀ ਐਸੇ ਜੀਵ ਨੇ। ਫੇਰ ਮਹਾਰਾਜ ਕਹਿੰਦੇ ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭਰਮ ਉਦਾਸੀ। ਕਰੋੜਾਂ ਐਸੇ ਜੀਵ ਜਿਹੜੇ ਤੀਰਥ ਤੇ ਵਸਦੇ, ਤੀਰਥ ਵਾਸੀ ਨੇ। ਤੀਰਥ ਕੀ ਹੈ? ਨਾਮ। ਕਰੋੜਾਂ ਹੀ ਐਸੇ ਜੀਵ ਨੇ ਜਿਹੜੇ ਨਾਮ ਦੇ ਨਾਲ ਜੁੜੇ ਹੋਏ, ਨਾਮ ਨੂੰ ਤੀਰਥ ਆਖੀਏ, ਜਿਹੜੇ ਫਿਰ ਉਹ ਤੀਰਥ ਦੇ ਵਾਸੀ ਹੋ ਗਏ, ਨਾਮ 'ਚ ਸਮਾ ਗਏ। ਜਿਸ ਨੂੰ ਮਾਰੇ ਫਰਮਾਉਂਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਵੀ ਤੀਰਥ ਕੀ ਹੈ? ਨਾਮ। ਹੁਣ ਕਰੋੜਾਂ ਜੀਵ ਜਿਹੜੇ ਉਹ ਤੀਰਥ ਦੇ ਵਾਸੀ, ਜਿਹੜੇ ਨਾਮ ਦੇ ਨਾਲ ਜੁੜੇ ਹੋਏ, ਤੇ ਕਈ ਕਰੋੜਾਂ ਜੀਵ ਐਸੇ ਜਿਹੜੇ ਇਹ ਵਨ ਜੰਗਲਾਂ ਦੇ ਵਿੱਚ ਚਲੇ ਗਏ, ਘਰ-ਬਾਰ ਛੱਡ ਕੇ ਜਿਹੜੇ ਉਦਾਸੀ ਹੋ ਗਏ। ਐਸੇ ਕਰੋੜਾਂ ਜੀਵ ਵੀ ਜਿਹੜੇ ਕਹਿੰਦੇ ਵੀ ਅਸੀਂ ਉਦਾਸੀ ਹਾਂ, ਉਹ ਫਿਰ ਵਨ ਜੰਗਲਾਂ ਦੇ ਵਿੱਚ ਭਰਮਦੇ, ਘਰ-ਬਾਰ ਛੱਡ ਕੇ ਉੱਥੇ ਚਲੇ ਗਏ, ਗੁਫਾਵਾਂ 'ਚ, ਪਹਾੜਾਂ 'ਚ ਚਲੇ ਗਏ, ਜੰਗਲਾਂ 'ਚ ਚਲੇ ਗਏ। ਫੇਰ ਮਾਰੇ ਕਹਿੰਦੇ ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਰੋੜਾਂ ਹੀ ਜੀਵ ਜਿਹੜੇ ਸਰੋਤੇ ਨੇ, ਜਿਹੜੇ ਵੇਦਾਂ ਨੂੰ ਸੁਣਦੇ, ਗੁਰਬਾਣੀ ਨੂੰ ਸੁਣਦੇ, ਉਹਨਾਂ ਨੂੰ ਸਰੋਤੇ ਕਹਿੰਦੇ। ਜਿਵੇਂ ਆਪਾਂ ਹੁਣ ਸੰਗਤ ਕਰਦੇ, ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ, ਆਪਾਂ ਉਹਨੂੰ ਸੁਣਦੇ ਹਾਂ ਤੇ ਆਪਾਂ ਨੂੰ ਕਹਿੰਦੇ ਵੀ ਸਰੋਤੇ ਨੇ। ਕਈ ਕੋਟ ਜੀਵ ਤਪੀਸਰ, ਜਿਹੜੇ ਤਪੀ, ਉਹ ਤਪੱਸਿਆ ਕਰਦੇ। ਤੇ ਐਸੇ ਕਰੋੜਾਂ ਜੀਵ ਜਿਹੜੇ ਮਾਲਕ ਦੀ ਫਿਰ ਬੰਦਗੀ ਕਰਦੇ। ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬ ਕਾਵ ਵਿਚਾਰੇ। ਕਰੋੜਾਂ ਐਸੇ ਜੀਵ ਗੁਰਮੁਖ ਜਿਹੜੇ ਫਿਰ ਧਿਆਨੀ ਨੇ, ਜਿਹੜੇ ਆਤਮਾ ਦਾ ਧਿਆਨ ਧਰਦੇ, ਮਾਲਕ ਦਾ ਧਿਆਨ ਧਰਦੇ। ਕਰੋੜਾਂ ਐਸੇ ਜੀਵ ਗੁਰਮੁਖ। ਕਈ ਐਸੇ ਜਿਹੜੇ ਕਰੋੜਾਂ ਹੀ ਜਿਹੜੇ ਕਵੀ ਹੋ ਗਏ, ਸ਼ਾਇਰ ਹੋ ਗਏ, ਜਿਹੜੇ ਮਾਲਕ ਦੀ ਉਸਤਤ ਕਰਦੇ, ਵਡਿਆਈ ਕਰਦੇ, ਪਰ ਫਿਰ ਵੀ ਉਹਦਾ ਅੰਤ ਨਹੀਂ ਪਾਉਂਦੇ। ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਸਤਿਗੁਰ ਦਾ ਖਿਤਾਬ, ਤੇ ਗੁਰੂ ਨਾਨਕ ਦੇਵ ਜੀ ਆਪਦੇ ਆਪ ਨੂੰ ਸ਼ਾਇਰ ਵੀ ਕਹਿੰਦੇ, ਕਵੀ ਵੀ ਕਹਿੰਦੇ। ਮਾਰੇ ਫਰਮਾਉਂਦੇ ਸਾਸ ਮਾਸ ਸਭ ਜੀਉ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਨਾਨਕ ਸ਼ਾਇਰ ਏਵ ਕਹਿਤ ਹੈ, ਸੱਚੇ ਪਰਵਦਗਾਰਾ। ਵੀ ਗੁਰੂ ਨਾਨਕ ਦੇਵ ਸਾਹਿਬ ਆਪਦੇ ਆਪ ਨੂੰ ਸ਼ਾਇਰ ਕਹਿੰਦੇ, ਕਵੀ ਕਹਿੰਦੇ। ਬਈ ਉਹ ਕਿਹਦੀ ਕਿਰਜਾ ਕਰਦੇ, ਕਿਹਦੇ ਗੁਣ ਗਾਉਂਦੇ, ਕਿਹਦੀ ਸ਼ਾਇਰੀ ਕਰਦੇ? ਮਾਲਕ ਦੀ, ਪਰਮਾਤਮਾ ਦੀ ਵਡਿਆਈ ਕਰਦੇ, ਉਹਦੀ ਉਸਤਤ ਕਰਦੇ। ਤੇ ਐਸੇ ਫਿਰ ਮਾਰੇ ਕਹਿੰਦੇ ਕਰੋੜਾਂ ਕੋਟ ਹੀ ਮਾਲਕ ਨੇ ਪੈਦਾ ਕੀਤੇ ਗੁਰਮੁਖ ਸੰਤ, ਵੀ ਜਿਹੜੇ ਮਾਲਕ ਪਰਮਾਤਮਾ ਦੇ ਗੁਣ ਗਾਉਂਦੇ, ਉਹਦੀ ਵਡਿਆਈ, ਉਹਦੀ ਸੋਭਾ ਕਰਦੀ। ਫੇਰ ਮਾਰੇ ਕਹਿੰਦੇ ਕਈ ਕੋਟ ਨਵਤਨ ਨਾਮ ਧਿਆਵੇ,
ਨਾਨਕ ਕਰਤੇ ਕਾ ਅੰਤ ਨਾ ਪਾਵੇ। ਬਈ ਕਰੋੜਾਂ ਹੀ ਜੀਵ ਮਾਲਕ ਦਾ ਨਾਮ ਧਿਆਉਂਦੇ, ਉਸ ਦੀ ਵਡਿਆਈ ਕਰਦੇ, ਉਹਦੀ ਸੋਭਾ ਕਰਦੇ, ਪਰ ਫਿਰ ਵੀ ਉਸ ਕਰਤੇ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਬਈ ਜਿਵੇਂ ਸਭ ਤੋਂ ਵੱਡੀ ਆਰਜੂ ਉਮਰ ਮੰਨੀ ਵੀ ਜੋਗੀਆਂ ਸੀ। ਜੋਗੀ ਆਪਦੀ ਉਮਰ ਬੜੀ ਕਈ ਸਦੀਆਂ ਉਹ ਵਧਾ ਲੈਂਦੇ ਸੀ, ਆਪਣੀ ਉਮਰ ਆਉਣ ਨੂੰ ਉਲਟਾ ਲੈਂਦੇ ਸੀ, ਕਿਉਂਕਿ ਆਪਣਾ ਜਿਹੜਾ ਉਮਰ ਹੈ ਉਹ ਇਸ ਸਵਾਸਾਂ ਦੇ ਹਿਸਾਬ ਨਾਲ ਆਪਣਾ ਚੱਲਦਾ ਹੈ। ਕੋਈ ਇਹ ਦਿਨ ਤਰੀਕ ਨਹੀਂ, ਆਪਣਾ ਸਵਾਸਾਂ ਦਾ ਹਿਸਾਬ ਹੈ। ਤੇ ਜਦੋਂ ਸਵਾਸ ਆਪਾਂ ਜ਼ਿਆਦਾ ਵਰਤਾਂਗੇ ਤੇ ਛੇਤੀ ਖਤਮ ਹੋ ਜਾਣਗੇ। ਤੇ ਉਹ ਜੋਗੀ ਕੀ ਕਰਦੇ ਸੀ, ਉਹ ਸਵਾਸ ਰੋਕ ਲੈਂਦੇ ਸੀ। ਉਹਨਾਂ ਨੇ ਉਹ ਸਾਧਨ ਅਪਣਾਈ ਸੀ, ਵਿਧੀਆਂ ਤਰੀਕੇ, ਉਹਨੂੰ ਕਹਿੰਦੇ ਪੌਣ ਨੂੰ ਉਲਟਾ ਲੈਣ। ਉਹ ਜਦੋਂ ਪੌਣ ਨੂੰ ਉਲਟਾ ਕੇ ਬਹਿ ਜਾਂਦੇ ਸੀ ਸੁੰਨ ਦੇ ਵਿੱਚ, ਧਨ ਖਰਚਦੇ ਨਹੀਂ ਸੀ, ਸਵਾਸ ਖਰਚ ਨਹੀਂ ਸੀ ਕਰਦੇ। ਜਦੋਂ ਸਵਾਸ ਖਰਚ ਨਹੀਂ ਸੀ ਕਰਦੇ ਤੇ ਉਹਨਾਂ ਦੀ ਉਮਰ ਵੱਧ ਜਾਂਦੀ ਸੀ, ਕਿਉਂਕਿ ਜਦੋਂ ਧਨ ਖਰਚਣਗੇ, ਸਵਾਸ ਖਰਚਣਗੇ ਤੇ ਫਿਰ ਹੀ ਉਹ ਆਪਣਾ ਜਿਹੜਾ ਉਮਰ ਹੈ ਘਟਣੀ ਹੈ। ਤੇ ਉਹ ਸਵਾਸ ਖਰਚਦੇ ਨਹੀਂ ਸੀ, ਉਹ ਸਵਾਸ ਰੋਕ ਕੇ ਬੈਠੇ ਰਹਿੰਦੇ ਸੀ, ਪੌਣ ਨੂੰ ਉਲਟਾ ਕੇ ਬੈਠੇ ਰਹਿੰਦੇ ਸੀ। ਇਸ ਕਰਕੇ ਫਿਰ ਉਹ ਕਈ ਸਦੀਆਂ, ਹਜ਼ਾਰਾਂ ਸਾਲ ਆਪਦੀ ਉਮਰ ਵਧਾ ਲੈਂਦੀ ਸੀ। ਪਰ ਸਰੀਰ ਸੀ ਜਿਹੜਾ, ਸਰੀਰ ਉਹਨਾਂ ਦੇ ਫਿਰ ਨਕਾਰੇ ਹੋ ਜਾਂਦੇ। ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਫਿਰ ਗੁਰਮਤਿ 'ਚ ਦੱਸਿਆ ਆਪਾਂ ਨੂੰ ਵੀ ਪੌਣ ਨੂੰ ਉਲਟਾਉਣਾ ਨਹੀਂ, ਅਸੀਂ ਉਹਨਾਂ ਨੇ ਮਨ ਦਾ ਉਲਟਾਉਣਾ ਦੱਸਿਆ। ਸੋ ਮਹਾਰਾਜ ਫਿਰ ਕਹਿੰਦੇ ਵੀ ਜੋਗੀਆਂ ਨੇ ਵੀ ਤੇਰਾ ਜਿਹੜੀ ਇੰਨੀ ਵਡੇਰੀ ਉਮਰ ਕਰਕੇ ਵੀ ਤੇਰਾ ਅੰਤ ਨਹੀਂ ਪਾਇਆ ਉਹਨਾਂ ਨੇ। ਮਹਾਰਾਜ ਕਹਿੰਦੇ ਥਿਤ ਵਾਰ ਨਾ ਜੋਗੀ ਜਾਣੇ, ਰੁਚ ਮਹ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਵੀ ਕਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਉਹ ਮਾਲਕ ਆਪ ਹੀ ਜਾਣਦਾ, ਕਿੰਨਾ ਕੁ ਵੱਡਾ ਉਹਦਾ ਪਸਾਰਾ ਉਹ ਆਪ ਹੀ ਜਾਣਦਾ, ਕਿਸੇ ਨੂੰ ਉਹਦਾ ਅੰਤ ਨਹੀਂ ਪਾਇਆ। ਇਸ ਲਈ ਫਿਰ ਮਹਾਰਾਜ ਕਹਿੰਦੇ ਨਾਨਕ ਕਰਤੇ ਕਾ ਅੰਤ ਨਾ ਪਾਵੇ, ਵੀ ਉਹ ਕਰਤੇ ਪੁਰਖ ਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਤਾਂ ਹੈ ਫਿਰ ਉਹ ਆਪਾਂ ਨੂੰ ਦੱਸਿਆ ਇਹ ਪਹਿਲੇ ਪਦੇ ਵਿੱਚ ਵੀ ਜਿਹੜੇ ਮਾਲਕ ਦੀ ਬੰਦਗੀ ਕਰਦੇ ਕਰੋੜਾਂ ਜੀਵ, ਕੋਟ। ਫਿਰ ਅੱਗੇ ਦੱਸਦੇ ਵੀ ਕਰੋੜਾਂ ਹੀ ਐਸੇ ਜੀਵ ਨੇ ਜਿਹੜੇ ਫਿਰ ਮਨਮੁਖ ਵੀ ਨੇ, ਗੁਰਮੁਖ ਵੀ ਨੇ, ਤੇ ਜਿਹੜੇ ਫਿਰ ਮਨਮੁਖ ਵੀ ਨੇ। ਮਾਰੇ ਫਰਮਾਉਂਦੇ ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ। ਕਈ ਕਰੋੜਾਂ ਹੀ ਜੀਵ ਜਿਹੜੇ ਅਭਿਮਾਨੀ, ਹਉਮੈ ਹੰਕਾਰ ਦੇ ਵਿੱਚ ਵਿਚਰਦੇ, ਹਉਮੈ ਵਿੱਚ ਚੱਲਦੇ। ਕਰੋੜਾਂ ਹੀ ਐਸੇ ਅੰਧ ਗਿਆਨੀ ਜਿਨ੍ਹਾਂ ਨੂੰ ਕਰਤੇ ਦਾ ਪਤਾ ਹੀ ਨਹੀਂ, ਮਾਲਕ ਦਾ, ਜਿਹੜੇ ਇਸ ਮਾਰਗ ਦੇ ਉੱਤੇ ਚੱਲਦੇ ਹੀ ਨਹੀਂ, ਪਰਮਾਤਮਾ ਦਾ ਸਿਮਰਨ ਹੀ ਨਹੀਂ ਕਰਦੇ। ਨਾ ਉਹ ਸਤ ਸੰਗਤ ਕਰਨ, ਨਾ ਉਹ ਸਿਮਰਨ ਕਰਨ, ਨਾ ਉਹ ਇਸ ਪਾਸੇ ਚੱਲਣ ਮਾਲਕ ਵਾਲੇ। ਐਸੇ ਕਰੋੜਾਂ ਜੀਵ ਮਨਮੁਖ ਨੇ, ਅੰਧ ਗਿਆਨੀ ਨੇ। ਮਹਾਰਾਜ ਕਹਿੰਦੇ ਬਈ ਜਿਨ੍ਹਾਂ ਨੂੰ ਆਪਦੇ ਘਰ ਦਾ ਵੀ ਨਹੀਂ ਪਤਾ, ਵੀ ਆਪਦੇ ਘਰ ਨੂੰ ਵੀ ਭੁੱਲ ਗਏ, ਨਿਜ ਮਹਿਲ ਨੂੰ, ਪਰਮਾਤਮਾ ਨੂੰ ਵੀ ਭੁੱਲ ਗਏ, ਸਿਰਫ ਇੱਧਰ ਵਿਚਾਰਾਂ ਦੇ ਵਿੱਚ ਹੀ, ਸੁੱਤੇ ਪਏ ਭਰਮ ਦੇ ਵਿੱਚ, ਮਾਇਆ 'ਚ ਹੀ ਭੱਜੇ ਫਿਰਦੇ, ਆਸ਼ਾ ਅਭਿਲਾਸ਼ਾ ਤੇ ਰਿਸ਼ਨਾਵਾਂ ਦੇ ਵਿੱਚ। ਜਿਸ ਵਰਤਾਈ ਮਾਰੇ ਫਰਮਾਉਂਦੇ ਆਸ ਅੰਦੇਸਾ ਬੰਧ ਪਰਾਨਾ, ਮਹਿਲ ਨਾ ਜਾਣੇ ਫਿਰਤ ਬੇਗਾਨਾ। ਵੀ ਆਸਾ ਅਭਿਲਾਸ਼ਾਵਾਂ ਦੇ ਵਿੱਚ
इधर भरम दे विच ही भज्जा फिरदा है बई इधर ये कूड़ दे नाल ही जुड़िया होया, माया दे नाल आपदे घर दा नहीं पता, ना मालक दा भेद लैंदा, ना सिमन करदा, ना नाम नूं जाणदा, ना आपदे घर नूं जाणदा। इसलिए सिर्फ एक कूड़ शरीर नूं तां सवारी जांदा, पर इहदे अंदर जो वसदा उहदा भी नहीं पता है। इसलिए महाराज कहंदे भी अंध ज्ञानी मनमुख जिस वरदाई फिर महाराज दसदे कहंदे बजर कपाट कायागढ़ भीतर कूड़ कौस्तभ मानी भरम भूले नदर नावनी मनमुख अंध ज्ञानी। भी ऐसा अभिमानी भी है ते अंध ज्ञानी भी है। ते ऐसे जीव महाराज कहंदे फिर वो भी करोड़ों की गिनती विच, कई कोट भए अभिमानी, कई कोट अंध ज्ञानी, इन्हां दी भी कोई कमी नहीं है। फिर महाराज कहंदे कई कोट कैरपन कठोर, कई कोट भैग आत्म नकोर। करोड़ों ही ऐसे जीव जिहड़े कैरपन कंजूस ते जिन्हां दे मन इन्ने कठोर ने, इन्ने सख्त ने जिवें पत्थर की न्याई होगी, पत्थर ही बन गए। जिवें पत्थर भिजदा नहीं, उहनूं जिवें पानी दे विच रख दईए, जदों फिर बाहर कढीओ फिर अंदरों सुके दा सुका ही। इसे तरह ही मनमुख जीव ऐसे करोड़ों कोट जिन्हां दा मन नहीं भिजदा भगती वल, जिहड़े सिमन करदे नहीं, नाम दे नाल जुड़दे नहीं। इसलिए उहनूं कहंदे मनमुख जिहड़ा वो सैल पत्थर वर्गा है। महाराज फरमाउंदे मनमुख पत्थर सैल है, त्रिग जीवन फीका, जल में केता राखिए अब अंतर सुगा। महाराज कहंदे जल च उहनूं किन्ना भी रखो फिर भी जदों बाहर कढी अंदरों फिर सुके दा सुका ही। ते ऐसे फिर सतगुरु कहंदे बेकोट जीव मनमुख ने जिन्हां दे चित्त बड़े कठोर ने, जिहड़े सत्संगत करदे नहीं, सतगुर पास बहिंदे ही नहीं। जे वो किते भुलेखे नाल सत्संग च आ भी जाण, जिथे सिमरन हुंदा, मालक की वडियाई करदे संत जन गुरमुख, इसे आके उन्हां दा चित्त बड़ा उदास हो जांदा। उन्हां दे मन च इहो आउंदा है भी कदों फटाफट बाहर जाइए, ये कदों बंद करना, कदों हटण, किथे आके फस गए। उन्हां नूं इस तरह महसूस हुंदा है। इसलिए महाराज कहंदे जिन के चित्त कठोर हैं से बैण न सतगुर पास, उथे सच वरतदा कुड़ियारां चित्त उदास। बई जिन्हां दे अंदर कूड़ है, जिन्हां नूं फिर निंदिया चुगली तो चंगी लगदी, सारा दिन निंदिया करी जाणगे, सारा दिन दूसरे की बुराई करी जाणगे, वो सारा दिन बैठ के कराई जाओ चाहे उन्हां च। पर जे किते भुलेखे नाल गुरु घर आके जिथे सच दे नाम की महिमा हुंदी उथे आ जाण ते उथे उन्हां नूं समां कढणा ही औखा हो जाता है। ते फिर महाराज कहंदे बिंद झट बल छल कढ दे कुड़ियारी, जाए बहे कुड़ियारां पास। भी बिंद झट बैठणगे, इधर उधर पासे मारनगे ते फिर बाहर निकल जाणगे ते उत्थे जाके बैठ जाणगे कुड़ियारां पास, क्योंकि उन्हां नूं उहिओ चंगा लगदा। निंदिया, ईरखा, वैर विरोध, नफरत दीयां गल्लां वो चंगीआं लगदियां। ते जिसे सच वरतदा, सच ते नाम की महिमा करदे गुरमुख, वो उन्हां नूं चंगा नहीं लगदा, जिन्हां दे चित्त फिर कठोर ने।
ਤੇ ਐਸੇ ਜੀਵ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਵੀ ਕਰੋੜਾਂ ਦੀ ਗਿਣਤੀ 'ਚ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੈਗ ਆਤਮ ਨਕੋਰ, ਕਰੋੜਾਂ ਦੀ ਗਿਣਤੀ 'ਚ। ਫੇਰ ਮਾਰੇ ਕਹਿੰਦੇ ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ। ਕਰੋੜਾਂ ਐਸੇ ਜੀਵ ਜਿਹੜੇ ਪਰ ਦਰਬ ਕੋ ਹਿਰੇ, ਜਿਵੇਂ ਪਰਾਇਆ ਧਨ, ਉਸ ਨੂੰ ਚੁਰਾਉਣਾ, ਜਿਨ੍ਹਾਂ ਨੇ ਚੋਰੀ ਕਰਨੀ, ਜਿਹੜੇ ਚੋਰ ਨੇ, ਜਿਵੇਂ ਮਨ ਹੈ ਜਿਹੜਾ, ਇਹ ਮਨ ਨਾਮ ਤੋਂ ਬਿਨਾਂ ਚੋਰ ਹੈ। ਇੱਕ ਤਾਂ ਹੁੰਦਾ ਸੰਸਾਰ ਦੇ ਵਿੱਚ ਜਿਹਨੂੰ ਸੰਸਾਰੀ ਜੀਵ ਚੋਰ ਕਹਿੰਦੇ, ਇੱਕ ਹੁੰਦਾ ਹੈ ਅਸੀਂ ਪਰਮਾਤਮਾ ਦੇ ਚੋਰ, ਮਾਲਕ ਦੇ, ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਅਸੀਂ ਜਾਣਦੇ ਨਹੀਂ, ਉਹ ਤੋਂ ਅਸੀਂ ਬੇਮੁਖ ਹਾਂ, ਉਹਦੇ ਹੁਕਮ 'ਚ ਨਹੀਂ ਹੈ। ਤੇ ਉਦੋਂ ਫਿਰ ਸਾਡੇ ਮਨ ਨੂੰ ਕਹਿੰਦੇ, ਜਦੋਂ ਅਸੀਂ ਹੁਕਮ ਤੋਂ ਆਕੀ ਹੁੰਦੇ ਹਾਂ ਵੀ ਇਹ ਚੋਰ ਨੇ। ਜਿਸ ਨੂੰ ਮਾਰੇ ਫਿਰ ਗੁਰਬਾਣੀ 'ਚ ਦੱਸਦੇ, ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ, ਜਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਮੇ ਸਭ ਚੋਰ। ਕਿ ਨਾਮ ਤੋਂ ਬਿਨਾਂ ਸਾਰੇ ਮਨ ਚੋਰ ਨੇ। ਤੇ ਜਿਹੜੇ ਫਿਰ ਪਰਾਇਆ ਧਨ, ਪਰਾਈ ਦਰਬ ਲਈ ਇੱਧਰ ਸੰਸਾਰ ਦੇ ਵਿੱਚ ਜਿਵੇਂ ਮਾਇਆ 'ਚ ਇਕੱਠੀ ਕਰੀ ਜਾਂਦੇ, ਸੰਸਾਰ ਦੇ ਪਦਾਰਥ ਇਕੱਠੇ ਕਰੀ ਜਾਂਦੇ, ਪਰ ਜਿਹੜਾ ਆਪਣਾ ਧਨ ਹੈ ਅਸਲ ਨਾਮ, ਉਹਦੀ ਕਮਾਈ ਨਹੀਂ ਕਰਦੇ। ਫੇਰ ਮਹਾਰਾਜ ਕਹਿੰਦੇ ਕਈ ਕਰੋੜਾਂ ਜਿਹੜੇ ਦੂਸਰਿਆਂ ਨੂੰ ਦੁੱਖ ਦੇਣ ਵਾਲੇ, ਦੂਸਰਿਆਂ ਦੀ ਨਿੰਦਿਆ ਕਰਨ ਵਾਲੇ, ਵੈਰ ਵਿਰੋਧ, ਈਰਖਾ ਨਫ਼ਰਤ ਕਰਨ ਵਾਲੇ, ਐਸੇ ਕਰੋੜਾਂ ਜੀਵ ਨੇ ਜਿਹੜੇ ਸੰਸਾਰ ਦੇ ਵਿੱਚ ਫਿਰ ਵਿਚਰਦੇ। ਫੇਰ ਮਹਾਰਾਜ ਕਹਿੰਦੇ ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ। ਕਰੋੜਾਂ ਜੀਵ ਜਿਹੜੇ ਫਿਰ ਮਾਇਆ ਵਾਸਤੇ, ਇਕੱਠੀ ਕਰਨ ਵਾਸਤੇ ਸੰਸਾਰ ਦੇ ਪਦਾਰਥ, ਹੋਰ ਚੀਜ਼ਾਂ ਜਿਹੜੇ ਮਿਹਨਤ ਕਰਦੇ, ਜਿਹੜੇ ਫਿਰ ਦਿਨ ਰਾਤ ਇਹਦੇ ਵਾਸਤੇ ਲੱਗੇ ਰਹਿੰਦੇ। ਕਈ ਕਰੋੜਾਂ ਜੀਵ ਜਿਹੜੇ ਪਰਦੇਸ ਭਰਮ ਕਰਦੇ, ਜਿਵੇਂ ਮਨ ਹੈ ਜਿਹੜਾ ਇਹ ਸੰਸਾਰ ਨੂੰ ਪਰਦੇਸ ਆ ਕੇ, ਅਸੀਂ ਇੱਥੇ ਪਰਦੇਸ ਦੇ ਵਿੱਚ ਆਏ, ਆਪਾਂ ਸਾਰੇ ਹੀ ਪਰਦੇਸੀ, ਆਪਾਂ ਇਸ ਦੇਸ਼ ਦੇ ਵਾਸੀ ਨਹੀਂ ਹੈ। ਸਾਡਾ ਜਿਹੜਾ ਦੇਸ਼ ਉਹ ਪਰਲੋਕ ਹੈ, ਜਿਸ ਨੂੰ ਨਿਰਭਉ ਨਗਰ, ਅਵਚਲ ਨਗਰ, ਬੇਗਮਪੁਰੀ ਸ਼ਹਿਰ ਦਾ ਨਾਮ ਦਿੱਤਾ ਹੈ। ਇਸ ਨੂੰ ਪਰਦੇਸ ਕਹਿੰਦੇ, ਜਿੱਥੇ ਅਸੀਂ ਦਿਨ ਦੇ ਸਮੇਂ ਆਉਂਦੇ, ਇਹ ਸਰੀਰ ਨੂੰ ਪਰਦੇਸ ਆਖੀਏ। ਹੁਣ ਮਹਾਰਾਜ ਕਹਿੰਦੇ ਕਰੋੜਾਂ ਜੀਵ ਐਸੇ ਜਿਹੜੇ ਫਿਰ ਇਹ ਪਰਦੇਸ ਦੇ ਵਿੱਚ ਤਾਂ ਰਹਿੰਦੇ, ਆਪਦੇ ਦੇਸ਼ ਦਾ ਪਤਾ ਹੀ ਨਹੀਂ, ਜਿਹਨਾਂ ਨੂੰ ਆਪਦੇ ਦੇਸ਼ ਵਾਪਸ ਜਾਂਦੇ ਹੀ ਨਹੀਂ, ਇੱਧਰ ਹੀ ਪਰਦੇਸ ਦੇ ਵਿੱਚ ਹੀ, ਭਰਮ ਦੇ ਵਿੱਚ ਹੀ ਭੱਜੇ ਫਿਰਦੇ, ਮਾਇਆ ਦੇ ਵਿੱਚ ਹੀ, ਇਹ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਤੇ ਆਪਦੇ ਘਰ ਦਾ ਪਤਾ ਨਹੀਂ, ਆਪਦੇ ਦੇਸ਼ ਦਾ ਨਹੀਂ ਪਤਾ ਹੈ। ਇਸ ਲਈ ਫਿਰ ਇਹ ਪਰਦੇਸ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਦੇ ਵਾਸੀ ਬਣ ਕੇ ਰਹਿ ਜਾਂਦੇ, ਫਿਰ ਸਾਡੇ ਮਨ ਨੇ ਜਿਹੜੇ ਦੁਖੀ ਹੁੰਦੇ। ਜਦੋਂ ਇੱਕ ਆਪਦਾ ਦੁੱਖ ਦੱਸਦਾ, ਦੂਜਾ ਵੀ ਉਹਨੂੰ ਦੱਸਦਾ ਵੀ ਮੈਨੂੰ ਵੀ ਆਹ ਦੁੱਖ, ਤੇਰੇ ਨਾਲੋਂ ਵੱਧ ਮੈਂ ਦੁਖੀ। ਮਾਰੇ ਫਰਮਾਉਂਦੇ ਮਨ ਪਰਦੇਸੀ ਜੇ ਥੀਏ, ਸਭ ਦੇਸ਼ ਪਰਾਇਆ, ਕਿਸ ਵੇ ਖੋਲੂੰ ਗੰਠੜੀ ਦੁਖੀ ਪਰ ਆਇਆ। ਦੁਖੀ ਪਰ ਆਇਆ ਜਗਤ ਸਵਾਇਆ, ਕੌਣ ਜਾਣੇ ਵਿਦ ਮੇਰੀ। ਮਾਰੇ ਕਹਿੰਦੇ ਪਰਦੇਸ ਦੇ ਵਿੱਚ ਜੀਵ ਜਦੋਂ ਇਕੱਠੇ ਹੁੰਦੇ, ਦੋ ਚਾਰ ਦੁੱਖਾਂ ਦੀਆਂ ਪੰਡਾਂ ਖੋਲਦੇ, ਕਿਉਂਕਿ ਅੰਦਰੋਂ ਦੁਖੀ ਦੁੱਖ ਨਾਲ ਭਰੇ ਪਏ। ਹੁਣ ਮਹਾਰਾਜ ਫਿਰ ਇਸ ਕਰਕੇ ਕਹਿੰਦੇ ਵੀ ਤੁਸੀਂ ਤਾਂ ਦੁਖੀ ਹੋ ਕਿਉਂਕਿ ਤੁਸੀਂ ਪਰਦੇਸ ਗਏ ਹੋ, ਤੁਸੀਂ ਵਾਪਸ ਨਹੀਂ ਮੁੜੇ, ਆਪਦੇ ਦੇਸ਼, ਆਪਦੇ ਘਰ ਨਹੀਂ ਆਏ।
ਇਸ ਲਈ ਫਿਰ ਮਨ ਨੂੰ ਕਹਿੰਦੇ ਤੂੰ ਘਰ ਆ ਜਾ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਵੀ ਤੂੰ ਘਰੇ ਆਵੇਂ ਤੇ ਘਰ ਤੇਰੇ ਸੌਖੇ ਆਨੰਦ ਹੈ। ਤੇ ਹੁਣ ਪਰਦੇਸ ਦੇ ਵਿੱਚ ਮਹਾਰਾਜ ਕਹਿੰਦੇ ਕਰੋੜਾਂ ਫਿਰ ਕੋਟ ਐਸੇ ਜੀਵ ਜਿਹੜੇ ਇਧਰ ਤ੍ਰੈ ਗੁਣਾਂ ਦੇ ਵਿੱਚ ਭਰਮ ਦੇ ਵਿੱਚ ਸੁੱਤੇ ਪਏ ਤੇ ਪਰਦੇਸ ਦੇ ਵਿੱਚ ਹੀ ਇਧਰ ਭਰਮਣ ਕਰਦੇ ਰਹਿੰਦੇ, ਇਧਰ ਹੀ ਘੁੰਮੀ ਜਾਂਦੇ, ਵਾਰ-ਵਾਰ ਜੰਮਦੇ ਮਰਦੇ ਜੂਨਾਂ ਚਾਈ ਜਾਂਦੇ, ਆਪਦੇ ਘਰ ਆਪਦੇ ਦੇਸ਼ ਜਾਂਦੇ ਨਹੀਂ। ਇਸ ਲਈ ਮਹਾਰਾਜ ਕਹਿੰਦੇ ਤਿਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਕਿ ਇਧਰ ਮਾਇਆ ਦੇ ਵਿੱਚ ਭਰਮ ਦੇ ਵਿੱਚ ਮਨ ਨੇ ਜਿਹੜੇ ਉਹ ਸੁੱਤੇ ਪਏ ਪਰਦੇਸ ਦੇ ਵਿੱਚ। ਤੇ ਐਸੇ ਜੀਵ ਮਹਾਰਾਜ ਕਹਿੰਦੇ ਕਰੋੜਾਂ ਦੀ ਗਿਣਤੀ 'ਚ ਜਿਹੜੇ ਫਿਰ ਇਹ ਪਰਦੇਸ ਦੇ ਵਿੱਚ ਆ ਕੇ ਸੌਂ ਗਏ, ਇੱਧਰ ਹੀ ਭਟਕ ਰਹੇ ਨੇ। ਫੇਰ ਮਹਾਰਾਜ ਦੱਸਦੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਬਈ ਇਹਨਾਂ ਜੀਵਾਂ ਦੇ ਵੀ ਕੋਈ ਵਸ ਨਹੀਂ ਹੈ, ਬਈ ਜਿੱਥੇ ਜਿੱਥੇ ਪਰਮਾਤਮਾ ਨੇ ਜੀਵਾਂ ਨੂੰ ਲਾਇਆ ਹੋਇਆ ਉੱਥੇ ਉੱਥੇ ਜੀਵ ਲੱਗੇ ਹੋਏ, ਤੇ ਉਹ ਕਰਤਾ ਫਿਰ ਆਪ ਹੀ ਜਾਣਦਾ ਉਹਦੀ ਰਚਨਾ ਨੂੰ, ਉਹ ਆਪ ਹੀ ਜਾਣਦਾ ਹੈ ਕਿ ਜਿੱਥੇ ਜੀਵ ਨੂੰ ਲਾਇਆ ਉਹ ਕਿਉਂ ਲੱਗਿਆ ਉੱਥੇ। ਇਸ ਵਾਸਤੇ ਫਿਰ ਜਦੋਂ ਇਹ ਸਾਨੂੰ ਸੋਝੀ ਹੋ ਜਾਂਦੀ, ਗੁਰਮੁਖਾਂ ਨੂੰ ਭੇਤ ਆ ਜਾਂਦਾ, ਤਾਂਹੀਓ ਫਿਰ ਉਹਨਾਂ ਨੂੰ ਕਿਸੇ ਤੇ ਕੋਈ ਰੋਸ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਫਿਰ ਸਮਝਦੇ ਵੀ ਜਿੱਥੇ ਮਾਲਕ ਨੇ ਲਾਇਆ ਜੀਵ ਲੱਗਿਆ ਹੋਏ। ਤਾਂਹੀਓ ਫਿਰ ਕਿਸੇ ਦੇ ਔਗਣ ਨਹੀਂ ਦੇਖਦੇ, ਕਿਸੇ ਦੇ ਔਗਣ ਫਰੋਲਦੇ ਨਹੀਂ, ਕਿਉਂਕਿ ਜਿਹੜੇ ਗੁਣ ਤੇ ਔਗਣ, ਜੇ ਕਿਸੇ 'ਚ ਗੁਣ ਨੇ ਉਹ ਵੀ ਮਾਲਕ ਨਹੀਂ ਦਿੱਤੇ ਪਰਮਾਤਮਾ ਨੇ, ਤੇ ਜੇ ਔਗਣ ਨੇ ਉਹ ਵੀ ਉਹਦੀ ਦਿੱਤੇ ਹੋਏ। ਤੇ ਗੁਣਾਂ ਤੇ ਔਗਣਾਂ ਦਾ ਫੈਸਲਾ ਕਰਨ ਵਾਲਾ ਉਹ ਸਾਹਿਬ ਮਾਲਕ ਆਪ ਹੈ। ਤੇ ਸਾਨੂੰ ਇਹ ਕਿਸੇ ਨੂੰ ਅਖਤਿਆਰ ਨਹੀਂ ਵੀ ਅਸੀਂ ਕਿਸੇ ਦਾ ਫੈਸਲਾ ਕਰ ਸਕੀਏ, ਕਿਉਂਕਿ ਅਸੀਂ ਕਿਹੜਾ ਕਿਸੇ ਦੇ ਸਾਹਿਬ, ਅਸੀਂ ਕਿਹੜਾ ਕਿਸੇ ਦੇ ਮਾਲਕ। ਮਾਲਕ ਤਾਂ ਉਹ ਆਪ ਇੱਕੋ ਹੀ ਹੈ ਮਾਲਕ। ਸੋ ਇਸ ਵਾਸਤੇ ਫਿਰ ਉਹਦੀ ਰਚਨਾ ਜਿਹੜੀ ਉਹ ਕਰਤਾ ਆਪ ਹੀ ਜਾਣਦਾ ਹੈ, ਵੀ ਜਿੱਥੇ ਜਿੱਥੇ ਜੀਵਾਂ ਨੂੰ ਲਾਇਆ ਹੋਇਆ ਉੱਥੇ ਉੱਥੇ ਜੀਵ ਲੱਗੇ ਹੋਏ ਨੇ। ਫਿਰ ਮਹਾਰਾਜ ਅੱਗੇ ਫਰਮਾਉਂਦੇ ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਰੋੜਾਂ ਹੀ ਐਸੇ ਜੀਵ ਜਿਹੜੇ ਸਿੱਧ ਜਤੀ ਜੋਗੀ ਮਾਲਕ ਨੇ ਪੈਦਾ ਕੀਤੇ, ਜਿਹੜੇ ਫਿਰ ਜੋਗੀ ਹੁੰਦੇ ਬਈ ਜਿਨ੍ਹਾਂ ਨੇ ਫਿਰ ਮਾਲਕ ਦੀ ਭਗਤੀ ਕਰਨੀ, ਸਿੱਧ ਪੁਰਸ਼ ਜਤੀ ਜਿਹੜੇ ਮਾਲਕ ਨੂੰ ਮਿਲ ਗਏ। ਕਈ ਐਸੇ ਫਿਰ ਗੁਰਮੁਖ ਨੇ ਤੇ ਕਈ ਐਸੇ ਜੀਵ ਜਿਹੜੇ ਰਾਜੇ ਰਸ ਭੋਗੀ, ਜਿਹੜੇ ਰਸਾਂ ਨੂੰ ਹੀ ਭੋਗ ਰਹੇ। ਕਰੋੜਾਂ ਜੀਵ ਫਿਰ ਇਹ ਜਿਹੜੇ ਸਿੱਧ ਜਤੀ ਜੋਗੀ ਨੇ, ਤੇ ਕਰੋੜਾਂ ਹੀ ਐਸੇ ਰਾਜੇ ਰਸ ਭੋਗੀ ਨੇ ਵੀ ਜਿਹੜੇ ਇਹ ਰਸਾਂ ਨੂੰ ਭੋਗਦੇ ਸੰਸਾਰ ਦੇ ਵਿੱਚ। ਪਰ ਇਹ ਖੇਲ ਮਾਲਕ ਦਾ ਆਪਣਾ ਹੀ ਹੈ, ਬਈ ਉਹ ਭੋਗੀ ਵੀ ਆਪ ਹੈ ਤੇ ਜੋਗੀ ਵੀ ਆਪ ਹੀ ਹੈ। ਫਿਰ ਮਹਾਰਾਜ ਦੱਸਦੇ ਕਈ ਕੋਟ ਪੰਖੀ ਸਰਪ ਪਾਈ, ਕਈ ਕੋਟ ਪਾਥਰ ਬਿਰਖ ਨਿਪਜਾਈ। ਕਰੋੜਾਂ ਮਾਲਕ ਨੇ ਪੰਖੀ ਜਿਹੜੇ ਸੱਪ ਐਸੀਆਂ ਜੂਨਾਂ ਦੇ ਵਿੱਚ ਜੀਵ ਪੈਦਾ ਕੀਤੇ ਹੋਏ ਨੇ, ਤੇ ਕਰੋੜਾਂ ਹੀ ਐਸੇ ਜਿਹੜੇ ਪੱਥਰ ਬਿਰਖ ਨੇ, ਉਹ ਜੀਵ ਨੇ। ਜਿਵੇਂ ਆਪਾਂ ਦੇਖਦੇ ਹਾਂ ਹੁਣ ਇਹ ਪੱਥਰ ਇੱਕ ਜੂਨੀ ਹੈ, ਇਹ ਰੁੱਖ ਨੇ, ਦਰਖਤ ਤੇ ਵੀ ਜੂਨਾਂ ਨੇ, ਤੇ ਕਰੋੜਾਂ ਹੀ ਫਿਰ ਐਸੀਆਂ
ਜਿਹੜੇ ਜੀਵ ਮਾਲਕ ਨੇ पैदा ਕੀਤੇ ਹੋਏ ਨੇ ਉਹ ਕਰੋੜਾਂ ਦੀ ਗਿਣਤੀ 'ਚ ਨੇ। ਫਿਰ ਮਹਾਰਾਜ ਕਹਿੰਦੇ ਕਈ ਕੋਟ ਪਵਨ ਪਾਣੀ ਵਿਸੰਤਰ, ਕਈ ਕੋਟ ਦੇਸ ਭੂ ਮੰਡਲ। ਮਹਾਰਾਜ ਕਹਿੰਦੇ ਕਰੋੜਾਂ ਦੀ ਗਿਣਤੀ 'ਚ ਪਵਨ ਪਾਣੀ ਵਿਸੰਤਰ, ਜਿਵੇਂ ਕਰੋੜਾਂ ਹੀ ਅਖੰਡ ਬ੍ਰਹਿਮੰਡ ਨੇ, ਹਰ ਥਾਂ ਹੀ ਖੇਲ ਚੱਲਦਾ ਹੈ। ਪਵਨ ਪਾਣੀ ਅਗਨ ਦੁਆਰੇ ਸਾਰੇ। ਜਦੋਂ ਮਾਲਕ ਨੇ ਸ੍ਰਿਸ਼ਟੀ ਦੀ ਰਚਨਾ ਕਰਨੀ ਹੁੰਦੀ, ਜਦੋਂ ਬੋਲਦੇ ਉਹਨਾਂ ਦੇ ਮੁਖ ਦੇ ਵਿੱਚੋਂ ਜੋ ਆਵਾਜ਼ ਪ੍ਰਗਟ ਹੁੰਦੀ ਨਾਮ ਤੇ ਪੌਣ, ਇਹ ਫਿਰ ਨਾਮ ਤੇ ਪੌਣ ਤੋਂ ਖੇਲ ਚੱਲਦਾ ਹੈ ਸਾਰਾ। ਇਸ ਲਈ ਮਾਲਕ ਦੇ ਮੁਖ ਨੂੰ ਟਕਸਾਲ ਦਾ ਨਾਮ ਦਿੱਤਾ ਵੀ ਜਿੱਥੋਂ ਇਹ ਸਾਰਾ ਖੇਲ ਸ਼ੁਰੂ ਹੁੰਦਾ ਹੈ। ਮਹਾਰਾਜ ਕਹਿੰਦੇ ਪੁੜ ਧਰਤੀ ਪੁੜ ਪਾਣੀ, ਆਸਣ ਚਾਰ ਕੁੰਠ ਚਵਾਰਾ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰੀ ਟਕਸਾਲਾ, ਵੀ ਤੇਰਾ ਮੁਖ ਟਕਸਾਲ ਹੈ। ਇਹਦੇ ਮਾਲਕ ਦੇ ਮੁਖ ਦੇ ਵਿੱਚੋਂ ਜਦੋਂ ਪੌਣ ਪ੍ਰਗਟ ਹੁੰਦੀ, ਪੌਣ ਤੋਂ ਅੱਗੇ ਪਾਣੀ ਤੇ ਅਗਨ ਪ੍ਰਗਟ ਹੁੰਦੇ, ਜਿਸੋਂ ਫਿਰ ਇਹ ਦ੍ਰਿਸ਼ਟ ਮਨ ਸਾਰਾ ਖੇਲ ਸ਼ੁਰੂ ਹੁੰਦਾ ਹੈ। ਜਿਸ ਨੂੰ ਮਾਰੇ ਫਰਮਾਉਂਦੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤਰੇ ਭਵਨ ਸਾਜੀਏ, ਘਟ ਘਟ ਜੋਤ ਸਮੋਈ। ਬਈ ਮਹਾਰਾਜ ਕਹਿੰਦੇ ਫਿਰ ਇਹ ਕਰੋੜਾਂ ਦੇ ਜਿਵੇਂ ਖੰਡ ਬ੍ਰਹਿਮੰਡ ਨੇ, ਇਹ ਦੇਸ਼ ਮੰਡਲ ਧਰਤੀਆਂ, ਫਿਰ ਇਸੇ ਤਰ੍ਹਾਂ ਹੀ ਇਹ ਕਰੋੜਾਂ ਖੰਡਾਂ ਬ੍ਰਹਿਮੰਡਾਂ ਤੇ ਧਰਤੀਆਂ ਤੇ ਫਿਰ ਇਹ ਪੌਣ ਪਾਣੀ ਬਸੰਤਰ ਦੁਆਰਾ ਹੀ ਸਾਰਾ ਇਹ ਖੇਲ ਚੱਲਦਾ ਹੈ। ਫਿਰ ਮਹਾਰਾਜ ਕਹਿੰਦੇ ਕਈ ਕੋਟ ਸਸੀਅਰ ਸੂਰ ਨਖੱਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਕਰੋੜਾਂ ਹੀ ਮਹਾਰਾਜ ਕਹਿੰਦੇ ਚੰਦਰਮਾ, ਸੂਰਜ, ਨਖੱਤਰ, ਤਾਰੇ, ਇਹ ਸਾਰੇ ਖੰਡ ਬ੍ਰਹਿਮੰਡੀ ਨੇ ਤੇ ਐਸੇ ਕਰੋੜਾਂ ਹੀ ਨੇ। ਤੇ ਫਿਰ ਮਹਾਰਾਜ ਕਹਿੰਦੇ ਵੀ ਕਈ ਕਰੋੜੀਏ ਦੇਵਤੇ ਇੰਦਰ, ਜਿਨ੍ਹਾਂ ਦੇ ਸਿਰ ਦੇ ਉੱਤੇ ਛਤਰ ਝੁੱਲਦਾ ਹੈ, ਕਰੋੜਾਂ ਦੀ ਗਿਣਤੀ 'ਚ ਇਹ ਨੇ। ਜਿਵੇਂ ਆਪਾਂ ਕਹਿੰਦੇ 33 ਕਰੋੜ ਦੇਵੀ ਦੇਵਤਾ, ਫਿਰ ਇਸੇ ਤਰ੍ਹਾਂ ਹੀ ਹੋਰ ਜਿਵੇਂ ਖੰਡ ਬ੍ਰਹਿਮੰਡ ਨੇ ਉਹਨਾਂ ਦੀ ਗਾਂਹ ਦੀ ਗਾਂਹ। ਇਹ ਫਿਰ ਮਹਾਰਾਜ ਕਹਿੰਦੇ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਨੇ। ਤੇ ਇਹ ਜਿਹੜਾ ਸਾਰਾ ਫਿਰ ਖੇਲ ਮਹਾਰਾਜ ਦੱਸਦੇ ਵੀ ਕਿਵੇਂ ਚੱਲਦਾ। ਸਗਲ ਸਮਗਰੀ ਆਪਣੇ ਸੂਤ ਧਾਰੀ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੀ। ਬਈ ਇਹ ਜਿੰਨੇ ਵੀ ਸਾਰਾ ਕੁਛ ਖੰਡ ਬ੍ਰਹਿਮੰਡ, ਇਹ ਨਛੱਤਰ ਤਾਰੇ, ਇਹ ਸਾਰਾ ਕੁਛ ਮਾਲਕ ਨੇ ਫਿਰ ਇਹ ਲੜੀ ਦੇ ਵਿੱਚ ਜਿਵੇਂ ਪਰੋਇਆ ਹੁੰਦਾ, ਇਹ ਸਾਰੇ ਨਾਮ ਦੇ ਵਿੱਚ ਪਰੋਏ ਹੋਏ। ਨਾਮ ਦੇ ਵਿੱਚ ਪਰੋਏ ਹੋਣ ਕਰਕੇ ਸਾਰੇ ਜਿਵੇਂ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਵੀ ਨਾਮ ਦੇ ਆਸਰੇ ਖੜੇ ਨੇ, ਨਾਮ ਦੇ ਵਿੱਚ ਪਰੋਏ ਹੋਏ ਨੇ, ਨਾਮ ਦਾ ਇਹਨਾਂ ਨੂੰ ਥੰਮ ਲਾਇਆ ਹੋਇਆ ਤਾਂ ਖੜੇ ਨੇ। ਫਿਰ ਜਿਹੜੇ ਜਿਹੜੇ ਜੀਵ ਮਾਲਕ ਨੂੰ ਭਾਉਂਦੇ ਉਹਨਾਂ ਨੂੰ ਫਿਰ ਉਹ ਨਾਮ ਦਾ ਭੇਦ ਦਿੰਦਾ ਤੇ ਉਹਨਾਂ ਨੂੰ ਨਾਮ ਦੇ ਨਾਲ ਜੋੜ ਕੇ ਫਿਰ ਉਹਨਾਂ ਦਾ ਨਿਸਤਾਰਾ ਹੋ ਜਾਂਦਾ, ਉਹਨਾਂ ਨੂੰ ਤਾਰ ਦਿੰਦਾ ਹੈ। ਜਿਨ੍ਹਾਂ ਨੂੰ ਨਾਮ ਦਾ ਭੇਤ ਆ ਗਿਆ, ਜਿਹੜੇ ਨਾਮ ਦੇ ਨਾਲ ਜੁੜ ਗਏ, ਉਹ ਤਰ ਜਾਂਦੇ। ਬਾਕੀ ਫਿਰ ਇੱਧਰ ਸੰਸਾਰ ਦੇ ਵਿੱਚ ਭਰਮਦੇ ਰਹਿੰਦੇ, ਬਾਕੀ ਫਿਰ ਇੱਧਰ ਆਉਂਦੇ ਜਾਂਦੇ ਰਹਿੰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਅਸੀਂ ਪਰਮਾਤਮਾ ਨੂੰ ਭਾ ਜਾਈਏ ਤਾਂ ਕਿ ਸਾਡਾ ਨਿਸਤਾਰਾ ਹੋ ਜਾਵੇ। ਉਹਦੇ ਵਾਸਤੇ ਫਿਰ ਅਸੀਂ ਕੀ ਕਰੀਏ? ਫਿਰ ਆਪਾਂ ਇਹ ਜਿਹੜਾ ਸਿਮਰਨ ਅਭਿਆਸ ਕਰਦੇ, ਜਦੋਂ ਆਪਾਂ ਸਿਮਰਨ ਕਰਾਂਗੇ ਫਿਰ ਅਸੀਂ ਮਾਲਕ ਨੂੰ ਭਾ ਜਾਂਦੇ। ਮਾਰੇ ਫਰਮਾਉਂਦੇ ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਗੁਰੂ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ।
ਜਦੋਂ ਅਸੀਂ ਗੁਰੂ ਨੂੰ ਭਾਗੇ, ਸਮਝ ਲਓ ਅਸੀਂ ਪਰਮੇਸ਼ਰ ਨੂੰ ਭਾਗੇ, ਮਾਲਕ ਨੂੰ ਭਾਗੇ। ਤੇ ਗੁਰੂ ਨੂੰ ਪਾਉਂਦਾ ਕੌਣ? ਕਹਿੰਦੇ ਜੋ ਸਾਸਕ ਰਸ ਸਿਮਰਨ ਕਰਦਾ। ਜਿਹੜਾ ਸਿੱਖ ਸਾਸਕ ਰਸ ਸਿਮਰਨ ਕਰਦਾ ਉਹ ਗੁਰੂ ਨੂੰ ਭਾ ਜਾਂਦਾ। ਹੁਣ ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਾਂਗੇ, ਸਿਮਰਨ ਕਰਾਂਗੇ ਤੇ ਅਸੀਂ ਭਾ ਜਾਵਾਂਗੇ ਮਾਲਕ ਨੂੰ। ਜਿਹੜੇ ਉਹਨੂੰ ਭਾ ਗਏ ਉਹਨਾਂ ਦਾ ਨਿਸਤਾਰਾ ਕਰ ਦਿੰਦੇ। ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ। ਵੀ ਜਿਹੜੇ ਉਹਨੂੰ ਭਾ ਗਏ, ਜਿਹੜੇ ਉਹਨੂੰ ਚੰਗੇ ਲੱਗੇ, ਉਹਨਾਂ ਦਾ ਨਿਸਤਾਰਾ ਹੋ ਗਿਆ। ਉਹਨਾਂ ਨੂੰ ਨਾਮ ਦਾ ਭੇਦ ਦੇ ਦਿੰਦਾ, ਉਹਨੂੰ ਨਾਮ ਦੇ ਨਾਲ ਜੋੜ ਲੈਂਦਾ, ਉਹਨਾਂ ਨੂੰ ਆਪਦੇ ਪੱਲੇ ਨਾਲ ਲਾ ਲੈਂਦਾ, ਅੰਚਲ ਨਾਲ ਲਾ ਲੈਂਦਾ। ਤੇ ਪੱਲਾ ਕੀ? ਮਾਲਕ ਦਾ ਨਾਮ, ਸ਼ਬਦ ਗੁਰੂ, ਜਿਹਦੇ ਨਾਲ ਮੇਰੇ ਸਾਰੇ ਅਖੰਡ ਬ੍ਰਹਿਮੰਡ ਖੜੇ, ਜਿਹਦੇ ਆਸਰੇ, ਜਿਹਦੇ ਵਿੱਚ ਪਰੋਏ ਹੋਏ ਨੇ। ਕੱਲਾ ਇਹ ਨਾਮ ਸਥਿਰ ਹੈ, ਬਾਕੀ ਸਾਰਾ ਕੁਝ ਹੀ ਚੱਕਰ ਤੇ ਸਭ ਘੁੰਮ ਰਹੇ ਨੇ। ਜਿੰਨੇ ਵੀ ਇਹ ਕਰੋੜਾਂ ਖੰਡ ਬ੍ਰਹਿਮੰਡ, ਚੰਦ, ਸੂਰਜ, ਤਾਰੇ, ਇਹ ਸਭ ਚੱਕਰ ਤੇ ਸਭ ਘੁੰਮਦੇ। ਜਿਵੇਂ ਇਹ ਧਰਤੀ ਘੁੰਮਦੀ ਆਪਣੀ, ਇਸੇ ਤਰ੍ਹਾਂ ਸਾਰੇ ਘੁੰਮਦੇ ਨੇ, ਸਭ ਚੱਕਰ ਤੇ। ਕੱਲਾ ਨਾਮ ਸਥਿਰ ਹੈ, ਨਾਮ ਦੇ ਇਰਦ ਗਿਰਦ ਘੁੰਮਦੇ। ਨਾਮ ਸਥਿਰ ਹੈ, ਨਾਮ ਦੇ ਇਰਦ ਗਿਰਦ ਸਰਕਲ ਕੱਟਦੇ ਨੇ। ਹੁਣ ਜਾਚਕ ਤਾਂ ਅਸੀਂ ਨਾਮ ਤੋਂ ਟੁੱਟੇ ਰਵਾਂਗੇ, ਅਸੀਂ ਸਰਕਲ ਕੱਟੀ ਜਾਵਾਂਗੇ, ਅਸੀਂ ਘੁੰਮੀ ਜਾਵਾਂਗੇ, ਆਉਂਦੇ ਜਾਂਦੇ ਰਵਾਂਗੇ। ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ ਫਿਰ ਅਸੀਂ ਸਥਿਰ ਹੋ ਜਾਵਾਂਗੇ। ਫਿਰ ਸਾਡਾ ਘੁੰਮਣਾ ਇਹ ਬੰਦ ਹੋ ਜਾਂਦਾ। ਫਿਰ ਅਸੀਂ ਨਾਮ 'ਚ ਸਮਾ ਕੇ ਸਦਾ ਵਾਸਤੇ ਅਮਰ ਹੋ ਜਾਂਦੇ ਹਾਂ। ਸਦਾ ਵਾਸਤੇ ਸਾਨੂੰ ਜਿਹੜਾ ਨਿਸ਼ਚਲ ਰਾਜ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਫਿਰ ਆਪਾਂ ਨੂੰ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਉਦਾਹਰਨ ਦਿੱਤੀ ਹੈ ਵੀ ਜਿਵੇਂ ਅੱਗੇ ਚੱਕੀਆਂ ਹੁੰਦੀਆਂ ਸੀ ਜਿਨ੍ਹਾਂ ਨਾਲ ਆਪਾਂ ਆਟਾ ਪੀਂਦੇ, ਉਹ ਚੱਕੀ ਦੇ ਵਿਚਾਲੇ ਕੀਲੀ ਹੁੰਦੀ, ਕੁਝ ਦਾਣੇ ਉਹ ਕੀਲੀ ਦੇ ਨਾਲ ਲੱਗ ਜਾਂਦੇ ਨੇ। ਜਦੋਂ ਨਾਲ ਲੱਗ ਜਾਂਦੇ ਉਹ ਪੀਸਣੋਂ ਬਚ ਜਾਂਦੇ। ਜਿਹੜੇ ਨਹੀਂ ਨਾਲ ਲੱਗਦੇ ਉਹ ਪੀਸੇ ਜਾਂਦੇ, ਉਹ ਸਾਰੀ ਰਗੜੇ ਜਾਂਦੇ। ਇਸੇ ਤਰ੍ਹਾਂ ਹੀ ਜੋ ਨਾਮ ਹੈ ਉਹ ਸਾਡੇ ਅੰਦਰ ਕੀਲੀ ਰੂਪ, ਜੇ ਤਾਂ ਅਸੀਂ ਉਹਦੇ ਨਾਲ ਲੱਗੇ ਤੇ ਅਸੀਂ ਪੀਸਣੋਂ ਬਚ ਜਾਵਾਂਗੇ। ਪੀਸਣਾ ਕੀ? ਵੀ ਅਸੀਂ ਵਾਰ-ਵਾਰ ਜੂਨਾ ਚਾਹੁੰਦੇ, ਅਸੀਂ ਪੀਸੇ ਹੀ ਜਾ ਰਹੇ, ਦੁਖੀ ਹੋ ਰਹੇ। ਤੇ ਜੇ ਤਾਂ ਨਾਮ ਨਾਲ ਜੁੜ ਗਏ, ਸਦਾ ਵਾਸਤੇ ਅਸੀਂ ਅਮਰ ਹੋ ਗਏ। ਤੇ ਜੇ ਨਾਮ ਦੇ ਨਾਲ ਨਹੀਂ ਜੁੜੇ ਤੇ ਅਸੀਂ ਪੀਸੇ ਜਾਵਾਂਗੇ, ਵਾਰ-ਵਾਰ ਆਵਾਂਗੇ ਜੂਨਾਂ ਦੇ ਵਿੱਚ, ਵਾਰ-ਵਾਰ ਦੁਖੀ ਹੋਵਾਂਗੇ, ਅਸ਼ਾਂਤ ਹੋਵਾਂਗੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਨਾਮ ਦੇ ਨਾਲ ਜੁੜੋ। ਤੇ ਜੁੜਿਆ ਜਾਣਾ ਸਿਮਰਨ ਕਰਕੇ, ਅਭਿਆਸ ਕਰਕੇ। ਜਿਉਂ-ਜਿਉਂ ਅਭਿਆਸ ਕਰਾਂਗੇ ਸਾਡੇ ਅੰਦਰ ਨਾਮ ਤਾਂ ਚੱਲ ਹੀ ਰਿਹਾ ਸਭ ਦੇ। ਜਿੰਨਾ ਸਮਾਂ ਇਹ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ, ਸਾਡੇ ਅੰਦਰ ਉਹ ਅਨਹਦ ਸ਼ਬਦ ਉਹ ਚੱਲਦੇ ਹੀ ਰਹਿੰਦੇ, ਵੱਜਦੇ ਹੀ ਰਹਿੰਦੇ। ਸੋ ਇਸ ਵਾਸਤੇ ਹੁਣ ਸਾਨੂੰ ਸੁਣਦੇ ਕਿਉਂ ਨਹੀਂ? ਕਿਉਂਕਿ ਸਾਡਾ ਮਨ ਸੁੱਤਾ ਪਿਆ ਭਰਮ ਦੇ ਵਿੱਚ, ਤਾਂ ਕਰਕੇ ਨਹੀਂ ਸੁਣਾਈ ਦਿੰਦਾ। ਜਦੋਂ ਮਨ ਜਾਗੇਗਾ ਫਿਰ ਇਹਨੂੰ ਸੁਣਾਈ ਦੇਗਾ, ਫਿਰ ਇਹਨੂੰ ਸੁਣੇਗਾ। ਮਨ ਨੂੰ ਜਗਾਉਣ ਵਾਸਤੇ ਫਿਰ ਇਹ ਸਿਮਰਨ, ਜਿਉਂ-ਜਿਉਂ ਸਿਮਰਨ ਕਰਾਂਗੇ ਮਨ ਜਾਗਤ ਅਵਸਥਾ 'ਚ ਆਏਗਾ। ਜਿਉਂ-ਜਿਉਂ ਜਾਗੇਗਾ ਤੇ ਉਹਦੇ ਅਸੀਂ ਮਾਲਕ ਦੇ ਨੇੜੇ ਹੁੰਦੇ ਜਾਵਾਂਗੇ। ਆਓ ਹੁਣ ਕਿਵੇਂ ਅਸੀਂ ਨਾਮ ਤੱਕ ਪਹੁੰਚਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਾਸਕ ਰਸ ਸਿਮਰਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖ ਪਿਆਰਿਓ, ਮਨ ਨੂੰ ਜਗਾਉਣ ਦੀ ਵਿਧੀ ਜੋਗਤੀ ਤਰੀਕਾ ਸਿਮਰਨ ਕਰਨਾ। ਜਦੋਂ ਅਸੀਂ ਇਹ ਸਿਮਰਨ
ਕਰਦੇ ਰਵਾਂਗੇ ਸਾਡਾ ਮਨ ਜਾਗਤ ਅਵਸਥਾ 'ਚ ਆ ਜਾਏਗਾ। ਜਦੋਂ ਅਸੀਂ ਜਾਗ ਪਾਂਗੇ ਤੇ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਏਗੀ ਤੇ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਲਾਂਗੇ। ਮਾਰੇ ਫਰਮਾਉਂਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਸੋ ਆਪਣੀ ਲਹੇ। ਕਿ ਜੇ ਕੋਈ ਇਹ ਗ੍ਰਹਿ 'ਚ ਜਾਗਦਾ ਰਹੇ ਤੇ ਫਿਰ ਉਹ ਵਸਤ ਨਾਮ ਦੀ ਪ੍ਰਾਪਤੀ ਕਰ ਲੈਂਦਾ। ਜੇ ਅਸੀਂ ਸੌਂ ਗਏ ਤੇ ਸੁਤਿਆਂ ਦੇ ਘਰ ਚੋਰ ਲੱਗ ਜਾਂਦੇ। ਜਦੋਂ ਮਨ ਗਾਫਲ ਹੋ ਕੇ ਸੌਂ ਜਾਂਦਾ ਫਿਰ ਇਹ ਦੇਹ ਦੇ ਅੰਦਰ 5 ਚੋਰ ਲੱਗਦੇ। ਚੋਰ ਲਾ ਕੇ ਫਿਰ ਚੋਰੀ ਕੀ ਕਰਦੇ? ਸਾਡੇ ਮਨ ਦੀ ਖੁਰਾਕ ਅੰਮ੍ਰਿਤ ਲੁੱਟ ਲੈਂਦੇ। ਜਦੋਂ ਅੰਮ੍ਰਿਤ ਲੁੱਟ ਲੈਂਦੇ ਅਸੀਂ ਭਾਗਾਂ ਤੋਂ ਹੀਣੇ ਹੋ ਜਾਂਦੇ, ਜਮਾਂ ਦੇ ਵਸ ਚਲੇ ਜਾਂਦੇ, ਅਸੀਂ ਕਮਜ਼ੋਰ ਹੋ ਜਾਂਦੇ। ਮਾਰੇ ਫਰਮਾਉਂਦੇ ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਬਈ ਮਨਮੁਖ ਜੀਵ ਸੁਤਾ ਹੋਇਆ ਗਾਫਲ ਹੋ ਕੇ ਤੇ ਚੋਰ ਲੱਗੇ ਹੋਏ ਅੰਮ੍ਰਿਤ ਲੁੱਟੀ ਜਾਂਦੇ ਤੇ ਦੁਖੀ ਹੋਈ ਜਾਂਦਾ, ਇਹਦੀ ਕੋਈ ਪੁਕਾਰ ਵੀ ਨਹੀਂ ਸੁਣਦਾ। ਕਿਉਂਕਿ ਜਿਹਨੇ ਸੁਣਨੀ ਮਾਲਕ ਨੇ ਉਹ ਤੋਂ ਤਾਂ ਬੇਮੁਖ ਹੋਇਆ ਹੋਇਆ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਜਾਗਦੇ ਰਹਾਂਗੇ ਤੇ ਚੋਰ ਨਹੀਂ ਲੱਗਣਗੇ। ਜੇ ਚੋਰ ਨਹੀਂ ਲੱਗਣਗੇ ਸਾਨੂੰ ਸਾਡੇ ਮਨ ਦੀ ਖੁਰਾਕ ਮਿਲੇਗੀ ਅੰਮ੍ਰਿਤ। ਜਦੋਂ ਅੰਮ੍ਰਿਤ ਪੀਵਾਂਗੇ ਤੇ ਸਦਾ ਲਈ ਅਮਰ ਹੋ ਜਾਵਾਂਗੇ। ਮਾਰੇ ਕਹਿੰਦੇ ਨਾ ਅੰਮ੍ਰਿਤ ਪੀਵੇ ਅਮਰ ਸੋ ਹੋਵੇ। ਇਸ ਲਈ ਕਹਿੰਦੇ ਫਿਰ ਜਿਹੜਾ ਇਸ ਗ੍ਰਹਿ 'ਚ ਜਾਗਦਾ ਰਹਿੰਦਾ ਉਹ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਂਦਾ ਤੇ ਉਹ ਸਦਾ ਵਾਸਤੇ ਅਮਰ ਹੋ ਜਾਂਦਾ। ਪਰ ਫਿਰ ਮਨ ਨੂੰ ਕਹਿੰਦੇ ਬਈ ਜੋ ਗਾਫਲ ਹੋ ਕੇ ਸੁੱਤਾ ਨਾ ਰਹੇ। ਜੇ ਤੂੰ ਸੁੱਤਾ ਰਹੇਗਾ ਮੇਰੇ ਚੋਰ ਤੇਰਾ ਸਾਰਾ ਧਨ ਚੋਰੀ ਕਰ ਲੈਣਗੇ, ਅੰਮ੍ਰਿਤ ਚੋਰੀ ਕਰ ਲੈਣਗੇ ਤੇ ਤੈਨੂੰ ਵਾਪਸ ਫਿਰ ਜੂਨਾਂ ਦੇ ਵਿੱਚ ਜਾਣਾ ਪਏਗਾ। ਤਾਈਓ ਫਿਰ ਮਨ ਨੂੰ ਕਹਿੰਦੇ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੂਸੇ ਕਰ ਜਾਈ। ਇਹ ਜਾਗਦਾ ਰਹੇ, ਗਾਫਲ ਹੋ ਕੇ ਸੌਣਾ। ਜੇ ਸੌਏਗਾ ਤੇ ਮੂਸੇ ਲੱਗਦੇ ਚੋਰ, ਲੁੱਟਿਆ ਜਾਏਗਾ, ਜੀਵਨ ਦੀ ਬਾਜੀ ਨੂੰ ਹਾਰ ਜਾਏਗਾ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਇਸੇ ਮਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਨੂੰ ਇਹ ਸਾਰਾ ਭੇਤ ਆਵੇ ਖੇਲ ਦਾ ਅਤੇ ਵੱਧ ਤੋਂ ਵੱਧ ਹੀ ਆਪਾਂ ਸਤਸੰਗਤ ਕਰਨੀ, ਤਾਂ ਕਿ ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ, ਜੋ ਸਾਨੂੰ ਸਮਝਾ ਰਹੇ, ਸਾਨੂੰ ਇਹਦੀ ਸਮਝ ਲੱਗ ਜਾਏ। ਸੋ ਬਾਕੀ ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ, ਆਪਣੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਨੂੰ ਗੁਰਬਾਣੀ ਗੁਰੂ ਸਮਝਾ ਰਹੇ, ਜੋ ਸਾਨੂੰ ਇਹ ਖੇਲ ਦੇ ਬਾਰੇ ਦੱਸਦੇ, ਕਿਵੇਂ ਇਹ ਖੇਲ ਚੱਲਦਾ, ਕਿਵੇਂ ਸਾਡੇ ਅੰਦਰ ਚੋਰ ਲੱਗਦੇ, ਕਿਵੇਂ ਅਸੀਂ ਸਾਵਧਾਨ ਹੋਣਾ, ਕਿਵੇਂ ਅਸੀਂ ਜਾਗਣਾ, ਕਿਵੇਂ ਅਸੀਂ ਇਹ ਜੀਵਨ ਦੀ ਬਾਜੀ ਨੂੰ ਜਿੱਤਣਾ, ਉਹ ਫਿਰ ਸਾਰਾ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਜ ਦਿੱਤਾ ਹੈ। ਸੋ ਇਹ ਖੇਲ ਸਾਰਾ ਆਪਣੇ ਅੰਦਰ ਦਾ ਹੀ, ਬਾਹਰ ਦਾ ਨਹੀਂ। ਇਸ ਲਈ ਫਿਰ ਜਿਹੜਾ ਖਾਲਸਾ ਹੈ ਉਹ ਮਾਰੇ ਕਹਿੰਦੇ ਨਿਤ ਜੰਗ ਕਰਦਾ। ਜੰਗ ਕੋਈ ਇਹ ਨਹੀਂ ਵੀ ਅਸੀਂ ਬਾਹਰ ਲੜਦੇ ਫਿਰਨਾ ਕਿਸੇ ਨਾਲ, ਇਹ ਸਾਡੇ ਅੰਦਰ ਦੀ ਜੰਗ ਹੈ, ਅੰਦਰ ਦਾ ਯੁੱਧ ਹੈ। ਇਹਨਾਂ ਨੇ ਸਾਨੂੰ ਭਰਮ 'ਚ ਲੈ ਕੇ ਜਾਣਾ, ਇਹਨਾਂ ਨੇ ਮਨ ਨੂੰ ਸਵਾਉਣਾ ਤੇ ਆਪਾਂ ਜਾਗਦੇ ਰਹਿਣਾ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਖਾਲਸਾ ਸੋਈ ਜੋ ਕਰੇ ਨਿਤ ਜੰਗ, ਵੀ ਜਿਹੜਾ ਨਿਤ ਜੰਗ ਕਰਦਾ ਇਹਨਾਂ ਦੇ ਨਾਲ। ਸੋ ਇਸ ਵਾਸਤੇ ਹੁਣ ਇਹ ਆਪਾਂ ਜੰਗ ਕੀ ਸਿਮਨ, ਇਹਨਾਂ ਨੇ ਵਿੱਚ ਵਿਘਨ ਪਾਉਣਾ ਵੀ ਇਹ ਸਿਮਨ ਨਾ ਕਰਨ, ਆਪਾਂ ਕਰਦੇ ਰਹਿਣਾ। ਇਹਨਾਂ ਨੇ ਰੁਕਾਵਟ ਪਾਉਣੀ
किसी ना किसी दे विच वड़ के इन्हां ने बोलना ते आप आपदा करते रहना, आपदा अभ्यास जारी रखना। सो इन्नियां बेनतियां इन्ने विचार करदे होए जे कोई ऐसा शब्द बोलिया गया होवे संगत दे सतगुरु बख्शण जोग ने बख्श लेना जी। वाहिगुरु जी का खालसा, वाहिगुरु जी की फतेह। वाहिगुरु 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 जी का खालसा, वाहिगुरु जी की फतेह।